ਅਸੀਂ ਥੋੜਾ ਥੋੜਾ ਪਿਆਰ ਨਾਲ ਭਰੋਸਾ ਰੱਖ ਕੇ ਸਤਿਗੁਰੂ ਦੀ ਬਾਣੀ ਨੂੰ ਆਪ ਪੜ੍ਹਨ ਦੀ ਕੋਸ਼ਿਸ਼ ਕਰਦੇ ਰਿਹਾ ਕਰੀਏ। ਜਿਹੜੇ ਵੀਰ ਭੈਣਾਂ ਆਪ ਪੜ੍ਹ ਨਹੀਂ ਸਕਦੇ ਉਹ ਕਦੀ ਕਦੀ ਘਰ ਵਿੱਚ ਬੈਠ ਕੇ ਆਪਣਿਆਂ ਬੱਚਿਆਂ ਨਾਲ ਉਹਨਾਂ ਕੋਲੋਂ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰੋ। ਗੁਰਦੁਆਰਾ ਸਾਹਿਬ ਵਿੱਚ ਆ ਕੇ ਸਵੇਰੇ ਸ਼ਾਮ ਬੈਠ ਕੇ ਭਾਈ ਸਾਹਿਬ ਜੀ ਕੋਲੋਂ ਗੁਰਬਾਣੀ ਸੁਣਨ ਦੀ, ਗੁਰਬਾਣੀ ਪੁੱਛਣ ਦੀ ਆਪ ਥੋੜ੍ਹੀ ਜਿਹੀ ਹਿੰਮਤ ਕਰਿਆ ਕਰੋ। ਜਦੋਂ ਜਦੋਂ ਆਪਾਂ ਇਸ ਪਾਸੇ ਤੁਰਾਂਗੇ ਤਾਂ ਯਕੀਨਨ ਇਹ ਗੁਰਬਾਣੀ ਦਾ ਜੋ ਪਵਿੱਤਰ ਖਜ਼ਾਨਾ ਸਾਨੂੰ ਸਤਿਗੁਰੂ ਸਾਹਿਬ ਨੇ ਬਖਸ਼ਿਆ ਹੈ, ਇਹ ਸਤਿਗੁਰੂ ਜੀ ਸਾਡੇ ਲਈ ਦੇ ਕੇ ਗਏ ਹਨ। ਅਸੀਂ ਇਸ ਬਾਣੀ ਨੂੰ ਨਮਸਕਾਰ ਕਰਦੇ ਹਾਂ ਔਰ ਅਸੀਂ ਹੀ ਬਾਣੀ ਨੂੰ ਨਮਸਕਾਰ ਕਰਨ ਵਾਲਿਆਂ ਨੇ ਪੜ੍ਹਨਾ ਹੈ ਔਰ ਦੂਜਿਆਂ ਤੱਕ ਲੈ ਕੇ ਜਾਣਾ ਹੈ। ਆਓ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਨੂੰ ਇਸੇ ਤਰ੍ਹਾਂ ਸਮਰਪਣ ਹੋਇਆ ਕਰੀਏ, ਪਿਆਰ ਨਾਲ ਬੈਠਿਆ ਕਰੀਏ, ਸੁਣਿਆ ਕਰੀਏ, ਆਪਣੇ ਬੱਚਿਆਂ ਨੂੰ ਇਸ ਪਾਸੇ ਪ੍ਰੇਰਨਾ ਕਰਿਆ ਕਰੀਏ। ਸਵਾਲ ਆਇਆ ਕਿ ਮੁੱਲਾ ਧਰਮ ਦੇ ਸੰਸਕ੍ਰਿਤੀ ਦਾ ਮੂਲ ਮੰਤਰ ਵੀ ਕਹਿੰਦੇ ਹਨ ਕਿ ਕਿਰਪਾ ਹੈ, ਕਿ ਕਿਰਪਾ ਪੜ੍ਹਨਾ ਚਾਹੀਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੰਗਲਾਚਰਨ ਦੀ ਵਰਤੋਂ 567 ਵਾਰ ਇੱਕ ਓਂਕਾਰ ਤੋਂ ਇਹ ਵੱਡਾ ਛੋਟਾ ਮੰਗਲਾਚਰਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਰਤਿਆ ਗਿਆ। ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੂਰਾ ਮੰਗਲਾਚਰਨ ਜਿਹੜਾ ਇਹ 33 ਵਾਰ ਤੁਹਾਨੂੰ ਪੜ੍ਹਨ ਨੂੰ ਮਿਲੇਗਾ। ਜਪਜੀ ਸਾਹਿਬ ਦੇ ਆਰੰਭ ਵਿੱਚ ਵੀ ਹੈ ਅਤੇ ਬਾਕੀ ਕਈ ਨਵੇਂ ਰਾਗ ਜਿਹੜੇ ਆਰੰਭ ਹੁੰਦੇ ਆ, ਕਈ ਨਵੀਆਂ ਬਾਣੀਆਂ ਆਰੰਭ ਹੁੰਦੀਆਂ, ਉਹਨਾਂ ਦੇ ਆਰੰਭ ਵਿੱਚ ਇੱਕੋ ਓਂਕਾਰ ਤੋਂ ਗੁਰਪ੍ਰਸਾਦ ਤੱਕ ਤੁਹਾਨੂੰ ਲਿਖਿਆ ਹੋਇਆ ਮਿਲਦਾ ਹੈ। ਸਿੱਖ ਰਹਿਤ ਮਰਜ਼ਾਦਾ ਵਿੱਚ ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਮੂਲ ਮੰਤਰ ਦੀ ਇਹ ਸਾਨੂੰ ਹਦਾਇਤ ਕੀਤੀ ਗਈ ਹੈ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਮੰਗਲਾਚਰਨ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਵੀ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੀ ਗੱਲ ਕੀਤੀ ਹੈ ਔਰ ਸਾਨੂੰ ਇਸ ਗੁਰਬਾਣੀ ਦੇ ਸਿਧਾਂਤ ਨੂੰ, ਗੁਰਬਾਣੀ ਦੀ ਬਣਤਰ ਨੂੰ, ਸਿੱਖ ਰਹਿਤ ਮਰਜ਼ਾਦਾ ਪੰਥ ਦੇ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਮੰਗਲਾਚਰਨ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੀ ਹੈ। ਭਾਈ ਸੰਤੀਖ ਸਿੰਘ ਜੀ ਸ਼ਬਦ ਵਿੱਚ ਆਪ ਗਾ ਰਹੇ ਸਨ ਕਿ ਉਹਨਾਂ ਨੇ ਇੱਕ ਕੱਲ੍ਹ ਦੇ ਦੀਵਾਨ ਦੀ ਘਟਨਾ ਬਿਆਨ ਕੀਤੀ ਸੀ ਕਿ ਉੱਥੇ 1100 ਰੁਪਇਆ ਘੱਟ ਜਿਹੜਾ ਗੁਰਦੁਆਰਾ ਸਾਹਿਬ ਦੇ ਰਿਹਾ ਉਸ ਨੂੰ ਸਰੂਪਾ ਦਿੱਤਾ ਜਾਂਦਾ। ਇਹਦੇ ਨਾਲ ਸੰਬੰਧਿਤ ਸਵਾਲ ਆਇਆ ਕਿ ਜੇਕਰ ਪੈਸੇ ਦੇਣ ਵਾਲੇ ਨੂੰ ਸਰੂਪਾ ਨਹੀਂ ਦੇਣਾ ਤਾਂ ਸਰੂਪਾ ਕਿਸ ਨੂੰ ਦੇਣਾ ਚਾਹੀਦਾ? ਵੈਸੇ ਸਾਧ ਸੰਗਤ ਜੀ, ਜਿਹੜਾ ਸਿਰੋਪਾਓ ਹੈ ਇਹਨੂੰ ਆਪਾਂ ਗੁਰੂ ਦੀ ਬਖਸ਼ਿਸ਼ ਮੰਨਦੇ ਹਾਂ। ਸਿਰੋਪਾਓ ਗੁਰੂ ਦੀ ਬਖਸ਼ਿਸ਼ ਹੈ। ਆਪ ਜੀ ਨੂੰ ਧਿਆਨ ਵਿੱਚ ਹੋਏਗਾ ਕਿ ਇਤਿਹਾਸ ਦੇ ਮੁਤਾਬਕ ਸਿਰੋਪਾਓ ਜੋ ਹੈ, ਇਤਿਹਾਸ ਦੇ ਮੁਤਾਬਕ ਸਿਰੋਪਾਓ ਉਹਨਾਂ ਗੁਰਸਿੱਖਾਂ ਲਈ, ਸੇਵਕਾਂ ਲਈ ਸਤਿਗੁਰੂ ਜੀ ਵੱਲੋਂ ਦਿੱਤਾ ਜਾਂਦਾ ਸੀ ਜਿਹੜੇ ਬਹੁਤ ਵੱਡੀ ਕੁਰਬਾਨੀ ਕਰਦੇ ਸਨ, ਜਿਨ੍ਹਾਂ ਦੀ ਗੁਰੂ ਘਰ ਲਈ ਬਹੁਤ ਵੱਡੀ ਦੇਣ ਸੀ। ਤੁਹਾਡੇ ਚੋਂ ਕਿਸੇ ਵੀਰ ਨੇ, ਭੈਣ ਨੇ ਕਦੀ ਇਤਿਹਾਸ ਪੜ੍ਹਿਆ ਹੋਵੇ ਤੇ ਤੁਹਾਨੂੰ ਇਤਿਹਾਸ ਦੇ ਉਹ ਪੰਨੇ ਚੇਤੇ ਹੋਣਗੇ ਜਦੋਂ ਪੀਰ ਬੁੱਧੂ ਸ਼ਾਹ ਭੰਗਾਣੀ ਦੇ ਜੰਗ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਛੁੱਟੀ ਮੰਗਣ ਜਾਂਦਾ ਹੈ ਵੀ ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰੇ ਪੁੱਤਰਾਂ ਨੇ, ਮੇਰਿਆਂ ਭਰਾਵਾਂ ਨੇ, ਮੇਰਿਆਂ ਸੇਵਕਾਂ ਨੇ ਇਸ ਜੰਗ ਵਿੱਚ ਹਿੱਸਾ ਪਾਇਆ ਹੈ, ਇਸ ਧਰਮ ਯੁੱਧ ਵਿੱਚ ਹਿੱਸਾ ਲਿਆ ਹੈ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਹਾਰਾਜ ਮੈਂ ਫਿਰ ਵੀ ਗੁਰੂ ਨਾਨਕ ਦੇ ਘਰ ਦਾ ਇਸੇ ਤਰ੍ਹਾਂ ਸੇਵਾਦਾਰ ਬਣਿਆ ਰਹਾਂਗਾ। ਜਦੋਂ ਕਦੀ ਲੋੜ ਪਵੇ ਤੁਸੀਂ ਬਿਨਾਂ ਕਿਸੇ ਦੇਰੀ ਦੇ ਮੈਨੂੰ ਯਾਦ ਕਰਨਾ, ਮੈਂ ਆਪਣਾ ਸਾਰਾ ਕੁਝ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋ ਜਾਵਾਂਗਾ। ਮਹਾਰਾਜ ਜੇ ਆਗਿਆ ਹੋਵੇ ਮੈਂ ਵਾਪਸ ਸਢੌਰੇ ਜਾਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੇ ਘਰ ਪਰਤਣਾ ਚਾਹੁੰਦਾ ਹਾਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਗਲ ਨਾਲ ਲਾਇਆ, ਗਲ ਨਾਲ ਲਾ ਕੇ ਪਿਆਰ ਕੀਤਾ ਔਰ ਆਖਿਆ ਪੀਰ ਬੁੱਧੂ ਸ਼ਾਹ ਜਿੰਨੀ ਦੇਰ ਤੱਕ ਤੇਰੇ ਵਰਗੇ ਧਰਮੀ ਬੰਦੇ ਇਸ ਦੁਨੀਆ ਤੇ ਹਨ, ਇਹ ਧਰਮ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇਗਾ। ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਨੇ ਆਪਣੀ ਦਸਤਾਰ ਵਿੱਚੋਂ ਅੱਧਾ ਹਿੱਸਾ ਪਾੜ ਕੇ ਉਹਨੂੰ ਬਖਸ਼ਿਸ਼ ਵਜੋਂ ਦਿੱਤਾ ਸੀਗਾ ਔਰ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਅੱਜ ਵੀ ਇਤਿਹਾਸ ਜਿਹੜਾ ਹੈ ਉਹ ਸੰਭਾਲ ਕੇ ਬੈਠਾ ਹੈ ਸੁਨਹਿਰੀ ਅੱਖਰਾਂ ਦੇ ਨਾਲ।
ਜਦੋਂ ਸਰੋਪੇ ਦੀ ਗੱਲ ਆਏਗੀ, ਸਰੋਪਾ ਵੱਡੀਆਂ ਬਖਸ਼ਿਸ਼ਾਂ ਸਤਿਗੁਰੂ ਦੀਆਂ, ਇਹ ਮਾਣ ਪੰਥ ਦਾ ਸਾਨੂੰ ਉਦੋਂ ਹੀ ਲੈਣਾ ਚਾਹੀਦਾ ਜਦੋਂ ਅਸੀਂ ਵੱਡੀ ਕੋਈ ਕੁਰਬਾਨੀ ਕੀਤੀ ਹੈ, ਜਾਂ ਸਾਨੂੰ ਉਦੋਂ ਹੀ ਦਿੱਤਾ ਜਾਣਾ ਚਾਹੀਦਾ ਜਦੋਂ ਕੋਈ ਅਸੀਂ ਬਹੁਤ ਵੱਡਾ ਮਾਰਕੇ ਦਾ ਕੰਮ ਕੀਤਾ ਹੈ, ਪੰਥ ਲਈ, ਕੌਮ ਲਈ, ਸਮਾਜ ਲਈ। ਐਵੇਂ ਸਰੋਪਾ ਅਸੀਂ ਇਸ ਵੇਲੇ ਜਿਹੜਾ ਖਿਮਾ ਕਰਿਓ ਇੰਨਾ ਸਸਤਾ ਕਰ ਦਿੱਤਾ ਹੈ, ਜਿਹੜਾ 100 ਰੁਪਈਆ ਚੜਾਉਂਦਾ ਉਹਨੂੰ ਵੀ ਸਰੋਪਾ, ਜਿਹੜਾ 500 ਚੜਾਉਂਦਾ ਉਹਨੂੰ ਵੀ ਸਰੋਪਾ। ਇਹਦਾ ਮਤਲਬ ਹੋਇਆ ਜੇ ਕੋਈ ਚੰਗੇ ਸੁਭਾਅ ਵਾਲਾ, ਚੰਗਾ ਸੇਵਾਦਾਰ ਹੈ, ਪਰ ਉਹ ਪੈਸੇ ਮੱਥੇ ਟੇਕਣ ਜੋਗਾ ਨਹੀਂ, ਉਹ ਕਿਸੇ ਥਾਂ ਤੇ 500 1000 ਅਗਰਾਈ ਦੇਣ ਜੋਗਾ ਨਹੀਂ, ਇਹਦਾ ਮਤਲਬ ਹੋਇਆ ਜੇ ਉਹ ਪੈਸੇ ਨਹੀਂ ਦੇ ਸਕਦਾ ਤੇ ਗੁਰੂ ਦੀ ਬਖਸ਼ਿਸ਼ ਸਰੋਪਾ ਤਾਂ ਉਹ ਕਦੀ ਲੈ ਹੀ ਨਹੀਂ ਸਕੇਗਾ। ਇਹਦਾ ਮਤਲਬ ਹੋਇਆ ਉਹ ਵਿਅਕਤੀ ਜਿਹਦੇ ਕੋਲ ਕਮਾਈ ਇੰਨੀ ਨਹੀਂ, ਜਿਹਦੇ ਕੋਲ ਸਾਧਨ ਇੰਨੇ ਨਹੀਂ, ਇਹਦਾ ਮਤਲਬ ਹੋਇਆ ਕਿ ਉਹ ਸਿੱਖੀ ਦੇ ਨੇੜੇ ਫਿਰ ਆ ਹੀ ਨਹੀਂ ਸਕਦਾ। ਅਸੀਂ ਵਿਤਕਰੇ ਪੈਦਾ ਕਰ ਰਹੇ ਹਾਂ, ਵਿਤਕਰੇ ਛੱਡ ਦੇਣੇ ਚਾਹੀਦੇ ਆ। ਸਿਰੋਂ ਪਾਓ ਵੱਡੀ ਬਖਸ਼ਿਸ਼ ਸਤਿਗੁਰੂ ਦੀ ਉਹਨਾਂ ਲਈ ਜਿਹੜੇ ਸੇਵਾਦਾਰ ਬਣ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੋਈ ਸੇਵਾ ਕਰਨ, ਕੁਰਬਾਨੀ ਕਰਨ, ਉਹਨਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਬਖਸ਼ਿਸ਼ਾਂ। ਐਵੇਂ ਨਹੀਂ ਕਿ ਆਹ ਲਓ ਜੀ ਇਹ ਇੱਥੇ ਕਿਲੋ ਖੰਡ ਚੜਾ ਗਿਆ, ਲਓ ਸਰੋਪਾ, ਲਓ ਜੀ ਇਹਨਾਂ ਨੇ ਇੱਥੇ ਗੁਰਦੁਆਰੇ ਆਣ ਕੇ ਫਰਸ਼ ਤੇ ਪਾਣੀ ਦੀ ਬਾਲਟੀ ਡੋਲੀ, ਲਓ ਸਰੋਪਾ। ਅਸੀਂ ਹੁਣ ਸਰੋਪੇ ਤੁਸੀਂ ਵੇਖਿਆ ਹੀ ਹੋਏਗਾ, ਇੱਕ ਬੰਦਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦਾ, ਚਲੋ ਪੀਲਾ ਸਰੋਪਾ। ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਚਲਾ ਗਿਆ, ਰਾਤ ਨੂੰ ਉਹਨੇ ਪਾਰਟੀ ਬਦਲ ਲਈ, ਚਲੋ ਸਵੇਰੇ ਸਰੋਪਾ। ਅਸੀਂ ਇੰਨੇ ਸਸਤੇ ਕਰ ਦਿੱਤੇ ਸਰੋਪੇ, ਅਸੀਂ ਸਰੋਪਿਆਂ ਨਾਲ ਇੰਨਾ ਖਿਲਵਾੜ ਕੀਤਾ ਹੋਇਆ, ਖਿਮਾ ਕਰਿਓ ਅਸੀਂ ਸਰੋਪੇ ਨੂੰ ਸਰੋਪਾ ਰਹਿਣ ਹੀ ਨਹੀਂ ਦਿੱਤਾ। ਤੋ ਇਹ ਪਰੰਪਰਾਵਾਂ ਜਿਹੜੀਆਂ ਅਸੀਂ ਗਲਤ ਪਾ ਲਈਆਂ, ਗਲਤ ਰਵਾਇਤਾਂ ਪਾਲ ਰਹੀਆਂ, ਇਹਨਾਂ ਨੂੰ ਸਾਨੂੰ ਰੋਕਣਾ ਚਾਹੀਦਾ। ਮੰਨ ਲਓ ਅੱਜ ਕੋਈ ਕੌਮ ਵਾਸਤੇ ਕੁਰਬਾਨੀ ਕਰਦਾ ਹੈ, ਅਸੀਂ ਕੀ ਦਿਆਂਗੇ ਉਹਨੂੰ? ਸਾਡੇ ਕੋਲ ਕੀ ਰਹਿ ਗਿਆ? ਸਰੋਪਾ ਤੇ ਸਾਰਿਆਂ ਅਸੀਂ ਉਹ ਪਾਰਟੀਆਂ ਵਾਲਿਆਂ ਨੂੰ ਵੀ ਦੇ ਦਿੱਤਾ, ਜਿਹਨੇ ਪਾਰਟੀ ਬਦਲੀ ਉਹਨੂੰ ਵੀ ਦੇ ਦਿੱਤਾ ਹੈ, ਜਿਹਨੇ ਉਹ ਸਾਰਾ ਕੁਝ ਖੱਜਲ ਖਰਾਬੀਆਂ ਸਾਡੇ ਝੋਲੀ ਪਾਈਆਂ ਉਹਨਾਂ ਨੂੰ ਵੀ ਦੇ ਦਿੱਤੇ। ਇਹ ਇਸ ਤਰ੍ਹਾਂ ਦੇ ਸਰੋਪੇ ਦੀ ਗੱਲ ਜਿਹੜੀ ਹੈ ਸਾਨੂੰ ਨਹੀਂ ਕਰਨੀ ਚਾਹੀਦੀ। ਕੋਸ਼ਿਸ਼ ਕਰੋ ਜੇ ਇਹਨਾਂ ਪਰੰਪਰਾਵਾਂ ਤੋਂ ਰੁਕ ਜਾਈਏ, ਸੇਵਾਦਾਰ, ਕੌਮ ਲਈ ਕੁਝ ਕਰਨ ਵਾਲੇ, ਕੁਰਬਾਨੀ ਵਾਲੇ ਸਿਰੋਂ ਪਾਓ ਸਤਿਗੁਰੂ ਦੀ ਬਖਸ਼ਿਸ਼ ਉਹਨਾਂ ਲਈ ਹੀ ਰਾਖਵੀਂ ਰੱਖਣੀ ਚਾਹੀਦੀ ਹੈ। ਅਗਲਾ ਸਵਾਲ ਆਇਆ ਜੀ ਕਿ ਭਗਤ ਰਵਿਦਾਸ ਸਾਹਿਬ ਜੀ ਦਾ ਨਗਰ ਕੀਰਤਨ ਹੁੰਦਾ ਹੈ, ਭਾਵੇਂ ਕਿ ਸਾਨੂੰ ਇਸ ਵਕਤ ਜਾਣਕਾਰੀ ਨਹੀਂ, ਤੁਹਾਡੇ ਇਲਾਕੇ ਵਿੱਚ ਹੋ ਸਕਦਾ ਹੈ। ਕਿਹਾ ਜਾਂਦਾ ਹੈ, ਸਵਾਲ ਹੈ ਕਿ ਕਈ ਮਾਈ ਭਾਈ ਉਸ ਨਗਰ ਕੀਰਤਨ ਦੇ ਵਿੱਚ ਭੰਗੜੇ ਪਾਉਂਦੇ ਨੇ, ਕੀ ਇਸ ਤਰ੍ਹਾਂ ਕਰਨਾ ਜਾਇਜ਼ ਹੈ? ਵੈਸੇ ਤੁਹਾਡੇ ਕਿਤੇ ਕਿਤੇ ਹੋ ਸਕਦਾ ਕੋਈ ਸਥਾਨਕ ਮਸਲਾ ਇਸ ਤਰ੍ਹਾਂ ਦਾ ਹੋਵੇ, ਕੋਸ਼ਿਸ਼ ਕਰਨੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ, ਛਤਰ ਛਾਇਆ ਵਿੱਚ ਤੁਰਦਿਆਂ ਹੋਇਆਂ ਕੀਰਤਨ ਕਰੀਏ, ਪਾਠ ਕਰੀਏ, ਵਾਹਿਗੁਰੂ ਵਾਹਿਗੁਰੂ ਕਰਦੇ ਤੁਰੋ। ਜਦੋਂ ਅਸੀਂ ਰੱਬੀ ਗੁਣ ਗਾਉਂਦਿਆਂ, ਬਾਣੀ ਪੜ੍ਹਦਿਆਂ ਨਗਰ ਕੀਰਤਨ ਵਿੱਚ ਸ਼ਾਮਲ ਹੋਵਾਂਗੇ, ਸੱਚਮੁੱਚ ਨਗਰ ਕੀਰਤਨ ਹੋਏਗਾ। ਤੇ ਜਦੋਂ ਅਸੀਂ ਬਾਣੀ ਛੱਡ ਕੇ, ਗੁਰਬਾਣੀ ਦਾ ਕੀਰਤਨ ਛੱਡ ਕੇ, ਸਤਿਨਾਮ ਵਾਹਿਗੁਰੂ ਦਾ ਜਾਪ ਛੱਡ ਕੇ ਤੇ ਅਸੀਂ ਫਿਰ ਭੰਗੜੇ ਪਾਵਾਂਗੇ, ਮੈਨੂੰ ਨਹੀਂ ਲੱਗਦਾ ਵੀ ਇਹ ਕਿਸ ਤਰ੍ਹਾਂ ਦਾ ਨਗਰ ਕੀਰਤਨ ਹੈ। ਨਾ ਸਾਡੀ ਮਰਜ਼ਾਦਾ ਨਾਲ ਗੱਲ ਮੇਲ ਖਾਂਦੀ ਹੈ, ਨਾ ਸਾਡੇ ਇਤਿਹਾਸ ਨਾਲ ਮੇਲ ਗੱਲ ਖਾਂਦੀ ਹੈ, ਕਿਸੇ ਵੀ ਤਰੀਕੇ ਸਾਡੇ ਪਰੰਪਰਾਵਾਂ ਦੇ ਨਾਲ ਇਹ ਗੱਲ ਮੇਲ ਨਹੀਂ ਖਾਂਦੀ। ਜੇ ਕੋਈ ਇਸ ਤਰ੍ਹਾਂ ਦੀ ਰਵਾਇਤ ਹੈ ਤਾਂ ਸਾਨੂੰ ਉਹਨੂੰ ਰੋਕਣਾ ਚਾਹੀਦਾ। ਮੈਨੂੰ ਚੇਤਾ ਹੈ ਅੰਡੇਮਾਨ ਦੀ ਧਰਤੀ ਤੇ ਉੱਥੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਗਏ ਤਾਂ ਨੌਜਵਾਨ ਟਰਾਲੀ ਦੇ ਅਗਲੇ ਪਾਸੇ ਭੰਗੜਾ ਪਾਉਣ, ਪੰਜਾਂ ਪਿਆਰਿਆਂ ਦੇ ਅਗਲੇ ਪਾਸੇ ਉਹ ਭੰਗੜਾ ਪਾਉਣ। ਕੁਛ ਨੌਜਵਾਨ ਪਟਾਕਿਆਂ ਨੂੰ ਅੱਗ ਲਾਉਣ ਤੇ ਇਸ ਤਰ੍ਹਾਂ ਤਾਂ ਨੂੰ ਉੱਪਰ ਨੂੰ ਸੁੱਟਣ, ਕੋਈ ਐ ਨੂੰ ਸੁੱਟੇ, ਕੋਈ ਐ ਨੂੰ ਸੁੱਟੇ। ਲੱਕੜ ਦੇ ਉੱਥੇ ਬਹੁਤੇ ਮਕਾਨ ਹੈ। ਬਥੇਰਾ ਉਹਨਾਂ ਨੇ 2-4 ਜਣਿਆਂ ਨੇ ਵਿੱਚੋਂ ਰੋਕਣ ਦਾ ਯਤਨ ਕੀਤਾ ਵੀ ਚਲੋ ਬਾਕੀ ਤੁਸੀਂ ਕਰੀ ਜਾਂਦੇ ਹੋ, ਆ ਪਟਾਕੇ ਸੁੱਟਦੇ ਹੋ, ਕਿਸੇ ਦੇ ਘਰ ਨੂੰ ਅੱਗ ਲੱਗ ਜਾਏਗੀ। ਬਹੁਤੇ ਘਰ ਲੱਕੜ ਦੇ ਹੈ, ਝੱਟ ਅੱਗ ਲੱਗ ਜਾਂਦੀ ਹੈ, ਪਰ ਕਿੱਥੇ ਹਟਣ। ਅਖੀਰ ਉਹ ਗੱਲ ਸਾਡੇ ਤੱਕ ਆਈ ਵੀ ਤੁਸੀਂ ਅੱਗੇ ਲੱਗੋ ਜੀ, ਹੁਣ ਇਹਨਾਂ ਨੂੰ ਤੁਸੀਂ ਰੋਕੋ। ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਭੰਗੜਾ ਕਿਉਂ ਪਾਈ ਜਾਂਦੇ, ਕਹਿੰਦੇ ਲੈ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੈ ਤੇ ਜਨਮ ਦਿਨ ਤੇ ਭੰਗੜੇ ਹੀ ਪੈਂਦੇ। ਪਤਾ ਨਹੀਂ ਕਿੰਨੇ ਇਹ ਔਂਤਰੀ ਰੀਤ ਚਲਾਈ, ਕਿੰਨੇ ਉਹਨਾਂ ਨੂੰ ਕਹਿ ਦਿੱਤਾ। ਉਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਅੱਗੇ ਭੰਗੜੇ ਪਾਉਣ, ਹੱਥ ਜੋੜ ਕੇ ਉਹਨਾਂ ਨੂੰ ਧੱਕੇ ਨਾਲ ਹਟਾਇਆ ਵੀ ਜੇ ਤੁਸੀਂ ਨਹੀਂ ਹਟਦੇ ਫਿਰ ਸਾਨੂੰ ਕੁਝ ਹੋਰ ਵੀ ਜਿਹੜਾ ਤਰੀਕਾ ਅਪਣਾਉਣਾ ਪਏਗਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਿੱਛੇ ਕੀਰਤਨ ਹੋ ਰਿਹਾ ਹੈ, 5 ਪਿਆਰੇ ਤੁਰ ਰਹੇ ਨੇ। ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ ਇਹ ਪੰਥਕ ਮਰਿਆਦਾ ਦੇ ਨਾਲ, ਪੰਥਕ ਪਰੰਪਰਾਵਾਂ ਦੇ ਨਾਲ ਮੇਲ ਨਹੀਂ ਖਾਂਦੀ। ਅਸੀਂ ਉਹਨਾਂ ਨੂੰ ਹਟਾਇਆ। ਸੱਚ ਉਸ ਤੋਂ ਬਾਅਦ ਪ੍ਰਬੰਧਕ ਵੀ ਤਕੜੇ ਹੋ ਗਏ ਔਰ ਉਹ ਰਵਾਇਤ ਸਦਾ ਲਈ ਉੱਥੋਂ ਬੰਦ ਹੋ ਗਈ। ਸਾਨੂੰ ਇਸ ਤਰ੍ਹਾਂ ਥੋੜ੍ਹਾ ਬਹੁਤਾ ਆਪ ਹਿੰਮਤ ਕਰਨੀ ਪਏਗੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਕਰਨ ਲਈ, ਕਿਉਂਕਿ ਨਗਰ ਕੀਰਤਨ ਦਾ ਜਿਹੜਾ ਸਬੂਤ ਹੈ ਅਸੀਂ ਵਿਗਾੜ ਦਿੱਤਾ ਹੋਇਆ।
ਜਿੱਥੇ ਪਟਾਕੇ ਪਾਉਂਦੇ ਆ, ਭੰਗੜੇ ਪਾ ਰਹੇ ਆ, ਨਾਲ ਦੀ ਨਾਲ ਕੋਈ ਬੈਂਡ ਬਾਜੇ ਵਾਲੇ ਆ, 8-10 ਪਾਰਟੀਆਂ ਉਹ ਅੱਗੇ ਭੰਗੜਾ ਪਾ ਰਹੀਆਂ ਨੇ, ਬੈਂਡ ਬਾਜੇ ਵਜਾਉਂਦੇ। ਸੋ ਇਸ ਤਰ੍ਹਾਂ ਦੇ ਜਿਹੜੇ ਧਰਮ ਆ ਉਹ ਸਾਨੂੰ ਸ਼ੋਭਾ ਨਹੀਂ ਦਿੰਦੇ, ਬਲਕਿ ਨਗਰ ਕੀਰਤਨ ਦਾ ਬਾਣੀ ਪੜ੍ਹਦਿਆਂ ਹੋਇਆਂ ਬੜੇ ਡਿਸਿਪਲਨ ਦੇ ਵਿੱਚ ਏਕੇ ਦੇ ਵਿੱਚ ਜਾਣਾ ਚਾਹੀਦਾ। ਪਰ ਸਾਹਮਣੇ ਪਕੌੜੇ ਵੇਖ ਕੇ ਤੇ ਅਸੀਂ ਇੱਕ ਦੂਜੇ ਤੋਂ ਉਲਟ ਅੱਗੇ ਫਿਰਦੇ ਹਾਂ ਤੇ ਉੱਥੇ ਨਗਰ ਕੀਰਤਨ ਦੀ ਹਾਲਤ ਦੇਖਣ ਵਾਲੀ ਹੈ। ਅਗਲਾ ਸਵਾਲ ਹੈ ਜੀ, ਗਾਤਰਾ ਅਤੇ ਦਸਤਾਰ ਦਾ ਰੰਗ ਕਿਹੜਾ ਹੋਣਾ ਚਾਹੀਦਾ ਹੈ? ਦਸਤਾਰ ਰੰਗ ਦੀ ਵੈਸੇ ਸਿੱਖ ਧਰਮ 'ਚ ਕੋਈ ਪਾਬੰਦੀ ਨਹੀਂ ਹੈ ਜੀ। ਰੰਗ ਤੁਸੀਂ ਕੋਈ ਵੀ ਬੰਨ੍ਹ ਸਕਦੇ ਹੋ, ਕੋਈ ਪਾਬੰਦੀ ਵਾਲਾ ਮਸਲਾ ਨਹੀਂ। ਸਿੱਖ ਰਹਿਤ ਮਰਿਆਦਾ ਵਿੱਚ ਪੁਸ਼ਾਕ ਦੀ ਪਾਬੰਦੀ, ਦਸਤਾਰ ਤੇ ਕਛਹਿਰੇ ਤੋਂ ਛੁੱਟ ਹੋਰ ਕੋਈ ਪਾਬੰਦੀ ਨਹੀਂ ਹੈ। ਰੰਗ ਦੀ ਕੋਈ ਪਾਬੰਦੀ ਨਹੀਂ ਹੈ। ਗਾਤਰੇ ਦੀ ਗੱਲ ਆਈ, ਕਿਹੜੇ ਰੰਗ ਦਾ ਹੋਣਾ ਚਾਹੀਦਾ ਹੈ? ਜਿਹੜਾ ਰੰਗ ਤੁਹਾਨੂੰ ਪਸੰਦ ਹੈ ਉਹ ਪਾ ਲਓ। ਜ਼ਿਆਦਾ ਭੜਕੀਲਾ ਨਾ ਹੋਵੇ, ਐਂ ਲੱਗੇ ਵੀ ਜਿਵੇਂ ਕੋਈ ਵੱਖਰਾ ਹੀ ਤੁਰਿਆ ਫਿਰਦਾ, ਇਸ ਤਰ੍ਹਾਂ ਦਾ ਨਾ ਹੋਵੇ। ਤੁਹਾਨੂੰ ਜਿਹੜਾ ਪਸੰਦ ਹੈ ਰੰਗ ਪਾ ਲਓ। ਨੀਲੇ ਰੰਗ ਦੇ ਗਾਤਰੇ ਵੀ ਮਿਲਦੇ ਆ, ਕਾਲੇ ਦੇ ਵੀ ਮਿਲਦੇ ਆ, ਚਿੱਟੇ ਰੰਗ ਦੇ ਵੀ ਮਿਲ ਜਾਂਦੇ ਆ, ਪੀਲੇ ਰੰਗ ਦੇ ਵੀ ਮਿਲ ਜਾਂਦੇ ਆ। ਤੁਹਾਨੂੰ ਜਿਹੜਾ ਪਸੰਦ ਲੱਗਦਾ ਪਾ ਲਓ। ਇਹ ਕੋਈ ਧਰਮ ਦਾ ਮਸਲਾ ਨਹੀਂ ਹੈ। ਮੈਂ ਬੇਨਤੀ ਕਰਨੀ ਚਾਹਾਂਗਾ ਆਪ ਜੀ ਦੀ ਜਾਣਕਾਰੀ ਹੈਤੂ ਕਿ ਇਹ ਜਿੰਨੇ ਵੀ ਸਮਾਗਮ ਸਵੇਰੇ ਸ਼ਾਮ ਸਿੱਖੀ ਲਹਿਰ ਦੇ ਤਹਿਤ ਵੱਖ-ਵੱਖ ਪਿੰਡਾਂ ਸ਼ਹਿਰਾਂ ਇਲਾਕਿਆਂ ਵਿੱਚ ਹੋ ਰਹੇ ਨੇ, ਇਹ ਸਾਰੇ ਤੁਸੀਂ ਘਰ ਬੈਠੇ ਵੀ ਇੰਟਰਨੈਟ ਦੇ ਦੁਆਰਾ ਆਪਣੇ ਘਰ ਸੁਣ ਸਕਦੇ ਹੋ। ਇਸ ਸਮੇਂ ਵੀ ਜਿਹੜਾ ਸਮਾਗਮ ਇੱਥੇ ਚੱਲ ਰਿਹਾ ਹੈ, ਇਹ sikkilehar.com ਅਤੇ gurmukh-gyan.com ਦੋ ਵੈਬਸਾਈਟ ਨੇ। ਇਹਨਾਂ ਉੱਪਰ ਰੇਡੀਓ ਦੇ ਦੁਆਰਾ ਲਾਈਵ ਟੈਲੀਕਾਸਟ ਹੋ ਰਿਹਾ ਹੈ ਔਰ ਨਾਲ ਹੀ ਬੇਨਤੀ ਹੈ ਕਿ ਥੱਲੇ ਕਿਤਾਬਾਂ ਦਾ ਸਟਾਰ ਹੈ, ਵੱਖ-ਵੱਖ ਬੁਲਾਰਿਆਂ ਦੀਆਂ ਸੀਡੀ ਦੇ ਉੱਤੇ ਉਪਲਬਧ ਨੇ। ਔਰ ਇਸੇ ਤਰ੍ਹਾਂ ਇੱਕ ਗੁਰਮੁਖ ਵਿਰਸਾ ਮੈਗਜ਼ੀਨ ਹੈ ਜਿਹਦੀ ਸਾਲ ਦੀ ਭੇਟਾ ਕੇਵਲ ਤੇ ਕੇਵਲ 150 ਰੁਪਇਆ 12 ਮੈਗਜ਼ੀਨ ਹਰੇਕ ਮਹੀਨੇ ਇੱਕ ਮੈਗਜ਼ੀਨ ਆਪ ਜੀ ਦੇ ਘਰ ਪਹੁੰਚਿਆ ਕਰੇਗਾ। ਬੇਨਤੀ ਹੈ ਕਿ ਵੱਧ ਤੋਂ ਵੱਧ ਮੈਗਜ਼ੀਨ ਜਿਹੜੇ ਪੂਰੀ ਬੁੱਕ ਕਰਵਾਓ ਜੀ। ਕੁਝ ਸਵਾਲ ਸਾਡੇ ਪਾਸ ਹੋਰ ਆਏ ਸਨ, ਉਹ ਨਾ ਤਾਂ ਗੁਰਬਾਣੀ ਨਾਲ ਸੰਬੰਧਿਤ ਨੇ ਔਰ ਨਾ ਹੀ ਇਤਿਹਾਸ ਦੇ ਨਾਲ। ਉਹਨਾਂ ਦੇ ਵਿੱਚੋਂ ਸੰਗਤ ਨੂੰ ਲਾਭ ਹੋਏਗੀ। ਸਮਾਂ ਕਾਫੀ ਹੋ ਗਿਆ, ਇਸ ਵਾਸਤੇ ਇੱਥੇ ਹੀ ਸਮਾਪਤੀ ਕੀਤੀ ਜਾਂਦੀ ਹੈ। ਭਾਈ ਸੁਖਿੰਦਰ ਸਿੰਘ ਜੀ ਬੇਨਤੀ ਕਰਾਂਗਾ ਕਿ ਆਈ ਹੋਈ ਸੰਗਤ ਦਾ ਧੰਨਵਾਦ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਾਰਿਆਂ ਦਾ, ਪ੍ਰਬੰਧਕ ਵੀਰਾਂ ਦਾ, ਗ੍ਰੰਥੀ ਸਿੰਘ ਜੀ ਦਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਤੁਸਾਂ ਇਹ ਸੋਹਣਾ ਪ੍ਰਬੰਧ ਕੀਤਾ ਹੈ। ਆਪਾਂ ਰਲ ਮਿਲ ਕੇ ਗੁਰਦੁਆਰਾ ਸਾਹਿਬ ਵਿੱਚ ਬੈਠ ਸਕੇ ਹਾਂ। ਜਿੰਨੀਆਂ ਵਿਚਾਰਾਂ ਤੁਹਾਡੇ ਨਾਲ ਕੀਤੀਆਂ, ਇਹਨਾਂ ਸਾਰੀਆਂ ਵਿਚਾਰਾਂ ਦੇ ਮੁੱਖ ਤੱਤ ਜਿਹੜੇ ਹਨ ਉਹ ਯਾਦ ਕਰ ਲਓ। ਗੁਰਬਾਣੀ ਆਪ ਪੜ੍ਹੋ, ਜਿਹੜੇ ਨਹੀਂ ਪੜ੍ਹਦੇ ਉਹ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ। ਖੰਡੇ ਕੀ ਪੌਲ ਲਓ। ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ, ਦਸਤਾਰ ਸਜਾਇਆ ਕਰੋ, ਸਾਬਤ ਸੂਰਤ ਹੋਵੋ। ਭੈਣਾਂ ਨੂੰ ਬੇਨਤੀ ਕਰਾਂਗਾ, ਆਪਣਿਆਂ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦਾ ਯਤਨ ਕਰਿਆ ਕਰੋ। ਮੜੀਆਂ ਕਬਰਾਂ ਦੀ ਪੂਜਾ ਛੱਡੋ। ਕਿਸੇ ਦੇਹਧਾਰੀ ਨੂੰ ਮੱਥਾ ਨਾ ਟੇਕਿਆ ਕਰੋ। ਕੋਈ ਵੀ ਇੱਟਾਂ ਦੀ ਕਬਰ ਇਤਿਆਦਿਕ ਤੇ ਮੱਥਾ ਟੇਕਣ ਦੀ ਲੋੜ ਨਹੀਂ। ਕਿਸੇ ਜੋਤਸ਼ੀ ਨੂੰ ਹੱਥ ਨਹੀਂ ਵਿਖਾਉਣਾ। ਇਹ ਗੁਰਮਤ ਨਾਲ ਗੱਲਾਂ ਮੇਲ ਨਹੀਂ ਖਾਂਦੀਆਂ, ਨਾ ਹੀ ਇਹਨਾਂ 'ਚ ਸੱਚਾਈਆਂ ਕੋਈ, ਨਾ ਧਾਗੇ ਤਵੀਤ ਸਵਾਦੀਆਂ ਪੁੜੀਆਂ ਵਿੱਚ ਕੋਈ ਸੱਚਾਈ ਹੈ। ਇਹਨਾਂ ਤੋਂ ਵੀ ਬਚਣ ਦੀ ਕੋਸ਼ਿਸ਼ ਕਰਿਆ ਕਰੋ। ਗੁਰਦੁਆਰੇ ਦੀ ਰੌਣਕ ਵਧਾਓ। ਸਵੇਰੇ ਮੱਥਾ ਟੇਕੋ, ਸ਼ਾਮੀ ਮੱਥਾ ਟੇਕੋ, ਪਾਠ ਸੁਣੋ, ਪਾਠ ਕਰੋ। ਇਹ ਸਾਡਾ ਧਰਮ ਦਾ ਮੁੱਖ ਅੰਗ ਹੈ। ਆਸ ਕਰਦਾ ਆਪ ਜੀ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ। ਭਰਮਾਂ ਭੁਲੇਖਿਆਂ ਨੂੰ ਛੱਡੋ, ਗੁਰਸਿੱਖੀ ਰਵਾਇਤ ਨੂੰ ਆਪਣੇ ਜੀਵਨ ਦਾ ਅੰਗ ਬਣਾਓ। ਆਓ ਆਪਾਂ ਰਲ ਮਿਲ ਕੇ ਪਾਠ ਕਰਦੇ ਹਾਂ ਤੇ ਸਮਾਪਤੀ ਵੱਲ ਵਧਦੇ ਹਾਂ ਜੀ। ਰਾਮ ਕਲੀ